ਸੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੀ ਆਪਣੀ ਜਨਰਲ ਰਮਨ ਇੰਸਟੀਟਿਊਟ ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਰਹੇ। ਸੋ ਇਸ ਚੈਨਲ ਉੱਤੇ ਪੀਐਸ ਟੈਟ, ਸੀਟੈਟ, ਮਾਸਟਰ ਕੇਡਰ, ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੀ ਕੋਰਸ ਦੇ ਅਕੋਰਡਿੰਗ ਜਿਹੜਾ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਇੰਡੀਅਨ ਨੈਸ਼ਨਲ ਕਾਂਗਰਸ ਦੀ। ਸੋ ਇਹ ਟੌਪਿਕ ਬੜਾ ਇੰਪੋਰਟੈਂਟ ਹੈ। ਸੋ ਇਸ 'ਤੇ ਜ਼ਿਆਦਾ ਡਿਟੇਲ ਨਹੀਂ ਕਰਾਂਗੇ ਇੰਡੀਅਨ ਨੈਸ਼ਨਲ ਕਾਂਗਰਸ, ਬਟ ਮੇਨ ਅਸੀਂ ਇਸ ਦੀਆਂ ਜਿਹੜੀਆਂ ਸਮਿਤੀਆਂ ਸੀਗੀਆਂ, ਜਿਹੜੇ ਸੰਮੇਲਨ ਹੋਏ ਸੀ ਉਹਨਾਂ ਦੀ ਗੱਲ ਕਰਾਂਗੇ। ਬਟ ਜਿਹੜੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਉਹ ਐਡ ਕੀਤੀ ਹੋਈ ਹੈ ਇਹਨਾਂ ਦੇ ਬਾਰੇ, ਕਿਉਂਕਿ ਇਸ ਤੋਂ ਪਹਿਲਾਂ ਟੌਪਿਕ ਜਿਹੜਾ ਉਹ ਡਿਸਕਸ ਕੀਤਾ ਹੋਇਆ ਇੰਡੀਅਨ ਕਾਂਗਰਸ ਦੀ ਥਿਓਰੀ ਜਿਹੜੀ ਉੱਥੇ ਤੁਹਾਨੂੰ ਹੀ ਮਿਲ ਜਾਵੇਗਾ। ਸੋ ਇਹ ਜਨਰਲ ਨੌਲੇਜ ਦੇ ਅਧੀਨ ਰਹੇਗਾ। ਸੋ ਇਹ ਐਨਟੀਟੀ, ਪਟਵਾਰੀ, ਪੀਐਸ ਟੈਟ, ਨੈਬ ਤਹਿਸੀਲਦਾਰ ਤੇ ਮਾਸਟਰ ਕੇਡਰ ਸਾਰੇ ਹੀ ਪੇਪਰਾਂ ਦੇ ਲਈ ਜਾਂ ਇਸ ਤੋਂ ਇਲਾਵਾ ਹੋਰ ਕੰਪੀਟੀਸ਼ਨ ਐਗਜ਼ਾਮ ਜਿੱਥੇ ਪੋਲੀਟੀਕਲ ਦੇ ਟੌਪਿਕ ਜਿਹੜੇ ਆਉਂਦੇ ਨੇ ਹੈਲਪਫੁਲ ਰਹੂਗਾ ਤੁਹਾਨੂੰ। ਸੋ ਪਾਰਟ ਨੰਬਰ ਫਸਟ ਰਹੇਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਭਾਰਤੀ ਰਾਸ਼ਟਰੀ ਕਾਂਗਰਸ ਸੋ ਇੱਕ ਭਾਰਤ ਦੀ ਬਹੁਤ ਇੰਪੋਰਟੈਂਟ ਪਾਰਟੀ ਹੈ ਔਰ ਬਹੁਤ ਵੱਡੀ ਔਰ ਬਹੁਤ ਪੁਰਾਣੀ ਪਾਰਟੀਆਂ ਦੇ ਵਿੱਚ ਇਸ ਦਾ ਜਿਹੜਾ ਨਾਮ ਆਉਂਦਾ ਹੈ, ਕਿਉਂਕਿ ਦੋ ਹੀ ਪ੍ਰਮੁੱਖ ਪਾਰਟੀਆਂ ਸੀ, ਉਹਨਾਂ ਦੇ ਵਿੱਚੋਂ ਇਹ ਪ੍ਰਮੁੱਖ ਪਾਰਟੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਵੀ ਅਵੇਲੇਬਲ ਹੈ, ਭਾਰਤੀ ਰਾਸ਼ਟਰੀ ਕਾਂਗਰਸ। ਸੋ ਇਸ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਪ੍ਰਮੁੱਖ ਰਾਜਨੀਤਿਕ ਦਲਾਂ ਦੇ ਵਿੱਚ ਹੀ ਆਉਂਦਾ ਹੈਗਾ ਗਾ। ਸੋ ਇਸ ਨੂੰ ਜ਼ਿਆਦਾਤਰ ਕਹਿੰਦੇ ਕਾਂਗਰਸ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈਗਾ ਗਾ। ਸੋ ਕਾਂਗਰਸ ਜਿਹੜੀ ਹੈਗੀ ਯੂਨਾਈਟਿਡ ਨੇਸ਼ਨ ਦੀ ਪਾਰਲੀਮੈਂਟ ਦਾ ਨਾਮ ਵੀ ਹੈਗਾ ਗਾ। ਸੋ ਇਸ ਚੀਜ਼ ਨੂੰ ਵੀ ਧਿਆਨ ਰੱਖਣਾ ਹੈ। ਸੋ ਭਾਰਤ ਦੇ ਵਿੱਚ ਦੋ ਵੱਡੇ ਰਾਜਨੀਤਿਕ ਦਲ ਹੁੰਦੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਇਹ ਕਹਿ ਸਕਦੇ ਹੈਗੇ ਭਾਰਤੀ ਰਾਸ਼ਟਰੀ ਕਾਂਗਰਸ ਰਿਹਾ ਸੀਗਾ ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ। ਇਹ ਇੰਪੋਰਟੈਂਟ ਹੈ ਪੁਆਇੰਟ ਕਿ ਲੋਕਤੰਤਰੀ ਦਲ ਦਾ ਸਭ ਤੋਂ ਵੱਡਾ ਦਲ ਜਿਹੜਾ ਦੁਨੀਆ ਦਾ ਉਹ ਭਾਰਤੀ ਰਾਸ਼ਟਰੀ ਕਾਂਗਰਸ ਹੈ ਅਤੇ ਸਭ ਤੋਂ ਪੁਰਾਣੇ ਦਲਾਂ ਦੇ ਵਿੱਚੋਂ ਵੀ ਆਉਂਦਾ ਹੈ ਜੋ ਕਿ ਲੋਕਤੰਤਰੀ ਸਿਧਾਂਤਾਂ ਦੇ ਉੱਪਰ ਆਧਾਰਿਤ ਹੈਗਾ। ਸੋ ਇਸ ਦਲ ਦੀ ਜਿਹੜੀ ਸਥਾਪਨਾ ਹੈ ਉਹ 1885 ਈਸਵੀ ਦੇ ਵਿੱਚ ਕੀਤੀ ਗਈ ਸੀਗੀ ਔਰ ਮਿਸਟਰ ਏ ਹਿਊਮ ਨੇ ਇਸ ਦਲ ਦੀ ਜਿਹੜੀ ਸਥਾਪਨਾ ਜਿਹੜੀ ਕੀਤੀ ਸੀਗੀ ਔਰ ਇਹਨਾਂ ਦੇ ਯਤਨਾਂ ਸਦਕੇ ਜਿਹੜੀ ਭਾਰਤੀ ਰਾਸ਼ਟਰੀ ਕਾਂਗਰਸ ਹੋਂਦ ਦੇ ਵਿੱਚ ਆਈ ਸੀਗੀ। ਵਰਤਮਾਨ ਸਮੇਂ ਗੱਲ ਕਰੀਏ ਇਸ ਦਾ ਪ੍ਰਧਾਨ ਜਿਹੜਾ ਉਹ ਰਾਹੁਲ ਗਾਂਧੀ ਹੈਗਾ ਗਾ। ਸੋ ਸਭ ਉਸ ਬਾਰੇ ਹੁਣ ਜਾਣਦੇ ਹੈਗੇ ਨੇ ਔਰ ਇਹ ਦਲ ਜਿਹੜਾ ਹੈ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈਗਾ ਗਾ, ਯਾਨੀ ਕਿ ਕਾਂਗਰਸ ਦੇ ਜੋ ਉਦੇਸ਼ ਸੀਗੇ ਉਹਨਾਂ ਨੂੰ ਇਹ ਪ੍ਰੈਜ਼ੈਂਟ ਕਰਦਾ ਹੈ ਔਰ ਉਹਨਾਂ ਦੇ ਸਿਧਾਂਤਾਂ ਦੇ ਅਨੁਸਾਰ ਹੀ ਚੱਲਦਾ ਹੈਗਾ ਗਾ। ਔਰ ਇਸ ਦੇ ਯੁਵਕ ਸੰਗਠਨ ਦਾ ਨਾਮ ਜਿਹੜਾ ਉਹ ਭਾਰਤੀ ਯੁਵਾ ਕਾਂਗਰਸੀ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ, ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਯੁਵਾ ਯਾਨੀ ਜਵਾਨ ਵਿਅਕਤੀ ਜਿਹੜੇ ਉਹ ਸ਼ਾਮਲ ਹੈਗੇ ਨੇਗੇ। ਇਤਿਹਾਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਤਾਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਜਿਹੜੀ ਉਹ 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਵਿਦਿਆਲੇ ਦੇ ਵਿੱਚ ਹੋਈ ਸੀਗੀ ਔਰ ਇਸ ਦੀ ਜਿਹੜੀ ਸਥਾਪਨਾ ਜਿਹੜੀ ਕਹਿ ਸਕਦੇ ਹਾਂ ਜੋ ਇਸ ਦੇ ਪਹਿਲੇ ਜਨਰਲ ਸਕੱਤਰ ਰੂਪ ਦੇ ਵਿੱਚ ਹੋਏ ਸੀ ਉਹ ਓ ਹਿਊਮ ਸਨ ਔਰ ਕੋਲਕਾਤਾ ਦੇ ਉਮੇਸ਼ ਚੰਦਰ ਬੈਨਰਜੀ ਇਸ ਦੇ ਪਹਿਲੇ ਪਾਰਟੀ ਪ੍ਰਧਾਨ ਜਿਹੜੇ ਉਹ ਬਣੇ ਸੀ। ਇਹ ਪੁਆਇੰਟ ਨੇ ਇੰਪੋਰਟੈਂਟ ਨੇ। ਸੋ ਏ ਹਿਊਮ ਇਸ ਦੇ ਜਿਹੜੇ ਕਹਿ ਸਕਦੇ ਜਨਰਲ ਸਕੱਤਰ ਸੀ ਔਰ ਕੋਲਕਾਤਾ ਦੇ ਪਹਿਲੇ ਜਿਹੜੇ ਵਿਅਕਤੀ ਸੀਗੇ ਉਮੇਸ਼ ਚੰਦਰ ਬੈਨਰਜੀ ਉਹ ਪਾਰਟੀ ਦੇ ਪਹਿਲੇ ਪ੍ਰਧਾਨ ਸੀ ਅਤੇ 72 ਪ੍ਰਤੀਨਿਧੀਆਂ ਨੇ ਜਿਹੜਾ ਇਸ ਪਾਰਟੀ ਨੂੰ ਜਿਹੜਾ ਬਣਾਇਆ ਸੀਗਾ 1885 ਦੇ ਵਿੱਚ। ਸੋ ਆਪਣੇ ਕਹਿ ਸਕਦੇ ਹਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜਾ ਇਸ ਦਾ ਇਤਿਹਾਸ ਰਿਹਾ ਉਹ ਇਸ ਤਰ੍ਹਾਂ ਦਾ ਸੀ ਕਿ ਜਿਹੜੇ ਕਿ ਕੁਛ ਅਮੀਰ ਵਿਅਕਤੀ ਜਾਂ ਕੁਝ ਖਾਨਦਾਨੀ ਵਿਅਕਤੀ ਸੀਗੇ ਜਿਨ੍ਹਾਂ ਨੂੰ ਅਭਿਜਾਤ ਵਰਗ ਕਿਹਾ ਜਾਂਦਾ ਹੈ, ਸੋ ਉਹਨਾਂ ਦੇ ਦੁਆਰਾ ਇਸ ਪਾਰਟੀ ਨੂੰ ਜਿਹੜਾ ਬਣਾਇਆ ਗਿਆ ਸੀਗਾ, ਯਾਨੀ ਕਿ ਵੱਡੇ ਵੱਡੇ ਜਿਹੜੇ ਲੋਕ ਕਹਿ ਸਕਦੇ ਹਾਂ ਉਹ ਇਸ ਦੇ ਵਿੱਚ ਸ਼ਾਮਲ ਹੁੰਦੇ ਸੀ ਜਦੋਂ ਸ਼ੁਰੂਆਤ ਦੇ ਵਿੱਚ ਇਸ ਪਾਰਟੀ ਨੂੰ ਬਣਾਇਆ ਗਿਆ ਸੀਗਾ। ਤਾਂ ਸ਼ੁਰੂਆਤ ਦੇ ਵਿੱਚ ਇਸ ਦੇ ਮੈਂਬਰ ਜਿਹੜੇ ਸੀਗੇ ਮੁੱਖ ਤੌਰ ਦੇ ਉੱਪਰ ਮੁੰਬਈ ਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਉੱਪਰੋਂ ਲਏ ਗਏ ਸੀ, ਦੋ ਸਥਾਨਾਂ ਦੇ ਵਿੱਚੋਂ। ਠੀਕ ਹੈ, ਮੁੰਬਈ ਅਤੇ ਮਦਰਾਸ ਪ੍ਰੈਜ਼ੀਡੈਂਸੀ ਦੋ ਇਲਾਕਿਆਂ ਦੇ ਵਿੱਚੋਂ ਸ਼ੁਰੂਆਤ ਦੇ ਵਿੱਚ ਇਸ ਦੇ ਵਿੱਚ ਮੁੱਖ ਤੌਰ ਤੇ ਮੈਂਬਰ ਜਿਹੜੇ ਆ ਉਹ ਚੁਣੇ ਗਏ ਸੀਗੇ। ਸੋ ਸਵਰਾਜ ਦਾ ਟੀਚਾ ਸਭ ਤੋਂ ਪਹਿਲਾਂ ਜਿਹੜਾ ਇਸ ਵਿੱਚ ਦਿੱਤਾ ਗਿਆ ਸੀ ਉਹ ਬਾਲ ਗੰਗਾਧਰ ਤਿਲਕ ਨੇ ਅਪਣਾਇਆ ਸੀਗਾ, ਯਾਨੀ ਕਿ ਇਸ ਦਾ ਸਭ ਤੋਂ ਪਹਿਲਾਂ ਜਿਹੜਾ ਕਹਿ ਸਕਦੇ ਹਾਂ ਨਾਰਾ ਜਿਹੜਾ ਉਹ ਲਗਾਇਆ ਗਿਆ ਸੋ ਉਹ ਸਵਰਾਜ ਦਾ ਟੀਚਾ ਸੀਗਾ। ਸੋ ਇਹ ਬਾਲ ਗੰਗਾਧਰ ਸੀਗੇ ਤਿਲਕ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਦੀ ਪਹੁੰਚ ਜਿਹੜੀ ਕੀਤੀ ਹੈ ਜਾਂ ਯਤਨ ਜਿਹੜਾ ਇਸ ਦਾ ਕੀਤਾ ਸੀਗਾ। ਸੋ ਵਰਤਮਾਨ ਭਾਰਤੀ ਰਾਸ਼ਟਰੀ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ ਸੋ ਚੇਅਰਮੈਨ ਜਿਹੜਾ ਇਸ ਦਾ ਉਹ ਰਾਹੁਲ ਗਾਂਧੀ ਹੈਗਾ ਗਾ ਔਰ ਪਾਰਲੀਮੈਂਟਰੀ ਚੇਅਰਮੈਨ ਪਰਸਨ ਜਿਹੜੇ ਹੈਗੇ ਨੇ ਉਹ ਸੋਨੀਆ ਗਾਂਧੀ ਹੈਗੇ ਨੇ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਰਤਮਾਨ ਸਮੇਂ। ਸੋ ਰਾਜ ਸਭਾ ਦਾ ਜਿਹੜਾ ਲੀਡਰ ਇਹਨਾਂ ਦਾ ਉਹ ਗੁਲਾਬ ਨਬੀ ਆਜ਼ਾਦ ਹੈਗਾ ਗਾ ਔਰ ਸਥਾਪਨਾ ਜਿਹੜੀ ਇਸਦੀ ਹੋਈ ਉਹ 28 ਦਸੰਬਰ 1885 ਨੂੰ ਹੋਇਆ ਅਤੇ ਵਰਤਮਾਨ ਸਮੇਂ ਇਸ ਨੂੰ 135 ਸਾਲ ਜਿਹੜੇ ਹੋ ਚੁੱਕੇ ਹੈਗੇ ਨੇਗੇ। ਸੋ ਅਖਬਾਰ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਜਿਸ ਦਾ ਨਾਮ ਹੈ ਕਾਂਗਰਸ ਸੰਦੇਸ਼। ਵਿਦਿਆਰਥੀ ਵਿੰਗ ਜਿਹੜਾ ਇਹਨਾਂ ਦਾ ਹੈ ਕੌਮੀ ਵਿਦਿਆਰਥੀ ਸੰਗਠਨ ਦੇ ਨਾਮ ਨਾਲ ਉਸਨੂੰ ਜਾਣਿਆ ਜਾਂਦਾ ਹੈ
ਔਰ ਨੌਜਵਾਨ ਵਿੰਗ ਜਿਹੜਾ ਇਸ ਦਾ ਉਹ ਭਾਰਤੀ ਯੁਵਾ ਕਾਂਗਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਐਂਡ ਔਰਤ ਵਿੰਗ ਜਿਹੜੀ ਹੈ ਮਹਿਲਾ ਕਾਂਗਰਸ ਦੇ ਨਾਮ ਨਾਲ ਜਾਣੀ ਜਾਂਦੀ ਹੈ। ਔਰ ਮਜ਼ਦੂਰ ਵਿੰਗ ਜਿਹੜਾ ਇਸ ਦਾ ਉਹ ਭਾਰਤੀ ਕੌਮੀ ਟ੍ਰੇਡ ਯੂਨੀਅਨ ਕਾਂਗਰਸ ਦੇ ਨਾਮ ਨਾਲ ਜਾਣੀ ਜਾਂਦੀ ਹੈਗੀ ਆ। ਇਹ ਕੁਛ ਦੇਸ਼ ਦਾ ਵਰਤਮਾਨ ਸਥਿਤੀ ਹੈ, ਜੋ ਪੁਆਇੰਟਸ ਜਾਂ ਕੁਛ ਨਾਮ ਜਿਹੜੇ ਇਹਨਾਂ ਨੂੰ ਦਿੱਤੇ ਜਾਂਦੇ ਹੈਗੇ ਨੇ, ਇਹਨਾਂ ਦੇ ਚੇਅਰਪਰਸਨ ਔਰ ਚੇਅਰਮੈਨ ਜਿਹੜੇ ਹੈਗੇ ਨੇ ਉਹ ਡਿਸਕਸ ਕੀਤੇ ਨੇ। ਸੋ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਇਹਨਾਂ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਵਿਚਾਰਧਾਰਾ ਅਪਣਾਈਆਂ ਗਈਆਂ ਨੇ। ਸੋ ਪਹਿਲਾ ਹੈ ਲੁਭਾਊ ਦੀ, ਲਿਬਰਲ ਰਾਸ਼ਟਰਵਾਦ ਦੀ, ਸੋਸ਼ਲ ਲੋਕਤੰਤਰ ਦੀ, ਡੈਮੋਕ੍ਰੇਟਿਕ ਸਮਾਜਵਾਦ ਦੀ, ਗਾਂਧੀਵਾਦੀ ਸਮਾਜਵਾਦ ਦੀ, ਅੰਦਰੂਨੀ ਜਿਹੜੇ ਇਸਦੇ ਧੜੇ ਨੇ ਜਿਹੜੇ ਕਿ ਅੱਜ ਦੇ ਸਮੇਂ ਦੇ ਵਿੱਚ ਵਿਕਸਿਤ ਨੇ, ਜਿਸਨੂੰ ਸੋਸ਼ਲ ਲਿਬਰਲ ਕਿਹਾ ਜਾਂਦਾ ਹੈ, ਔਰ ਧਰਮ ਨਿਰਪੱਖਤਾ ਅਤੇ ਕੇਂਦਰਿਕ ਜਿਹੜੇ ਆਉਂਦੇ ਆ। ਸੋ ਇਹ ਇਸਦੇ ਅੰਦਰੂਨੀ ਧੜੇ ਨੇ ਜੋ ਤਿੰਨ ਟਾਈਪਸ ਦੇ ਵਿੱਚ ਆਉਂਦੇ ਆ, ਸੋਸ਼ਲ ਲਿਬਰਲ, ਧਰਮ ਨਿਰਪੱਖਤਾ ਤੇ ਕੇਂਦਰਕ। ਔਰ ਕਾਫੀ ਸਾਰੀਆਂ ਜਿਹੜੀਆਂ ਵਿਚਾਰਧਾਰਾਵਾਂ ਤੋਂ ਪ੍ਰੇਰਿਤ ਹੋ ਕੇ ਜਾਂ ਕਹਿ ਸਕਦੇ ਹਾਂ ਬਹੁਤ ਸਾਰੀਆਂ ਵਿਚਾਰਧਾਰਾਵਾਂ ਇਸ ਦੇ ਵਿੱਚ ਉਹ ਵਿਕਸਿਤ ਨੇਗੀਆਂ। ਨੈਕਸਟ ਆਉਂਦਾ ਹੈ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਕਾਂਗਰਸ ਦੇ ਜਿਹੜੇ ਸੰਮੇਲਨ ਹੋਏ ਨੇਗੇ ਉਹ ਕਦੋਂ ਕਦੋਂ ਹੋਏ ਨੇ ਔਰ ਉਸਦਾ ਪ੍ਰਧਾਨ ਜਿਹੜਾ ਕੌਣ ਰਿਹਾ ਹੈ, ਸੋ ਆਪਾਂ ਉਹ ਇਸ ਦੇ ਵਿੱਚ ਡਿਸਕਸ ਕਰਨੇ ਹੈਗੇ ਨੇ। ਸੋ ਪਹਿਲਾ ਜਿਹੜਾ ਸੰਮੇਲਨ ਇਸ ਦਾ ਹੋਇਆ ਸੀਗਾ ਉਹ 1885 ਦੇ ਵਿੱਚ ਹੋਇਆ ਸੀਗਾ ਅਤੇ ਬੰਬਈ ਵਿਖੇ ਜਿਹੜਾ ਇਹ ਸੰਮੇਲਨ ਹੋਇਆ ਸੀਗਾ। ਔਰ ਇਸ ਦਾ ਪ੍ਰਧਾਨ ਜਿਹੜਾ ਉਹ WC ਬੈਨਰਜੀ ਰਿਹਾ ਸੀਗਾ। ਸੋ ਇਹ ਪਹਿਲਾ ਪੁਆਇੰਟ ਬੜਾ ਇੰਪੋਰਟੈਂਟ ਹੈ, ਤਕਰੀਬਨ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਜਿਹੜਾ ਆ ਜਾਂਦਾ ਵਾ ਕਿ ਪਹਿਲਾ ਜਿਹੜਾ ਸੰਮੇਲਨ ਉਹ ਕਿੱਥੇ ਹੋਇਆ ਸੀਗਾ, 1885 ਦੇ ਵਿੱਚ ਬੰਬਈ ਵਿਖੇ, ਤੇ WC ਬੈਨਰਜੀ ਇਸ ਦੇ ਪ੍ਰਧਾਨ ਰਹੇ ਸੀਗੇ। ਦੂਸਰਾ ਸੰਮੇਲਨ ਜਿਹੜਾ ਇਸਦਾ ਸੀਗਾ 1886 ਦੇ ਵਿੱਚ ਹੋਇਆ ਸੀਗਾ ਅਤੇ ਕਲਕੱਤਾ ਨਾਮ ਦੇ ਸਥਾਨ ਦੇ ਵਿੱਚ ਹੋਇਆ ਸੀਗਾ। ਔਰ ਇਸ ਦੇ ਪ੍ਰਧਾਨ ਜਿਹੜੇ ਰਹੇ ਨੇ ਉਹ ਦਾਦਾ ਭਾਈ ਨੌਰਾਜੀ ਰਹੇ ਸੀਗੇ। ਤੀਸਰਾ ਸੰਮੇਲਨ ਜਿਹੜਾ ਇਹਨਾਂ ਦਾ ਹੋਇਆ ਸੀ 1887 ਦੇ ਵਿੱਚ ਹੋਇਆ ਸੀਗਾ ਅਤੇ ਮਦਰਾਸ ਨਾਂ ਦੇ ਸਥਾਨ ਦੇ ਵਿੱਚ ਹੋਇਆ ਸੀਗਾ। ਔਰ ਬਦਰੂਨਦੀਨ ਤਿਆਬਜੀ ਜਿਹੜੇ ਇਸ ਦੇ ਉਹ ਪ੍ਰਧਾਨ ਰਹੇ ਸੀਗੇ। ਚੌਥਾ ਸੰਮੇਲਨ ਇਹਨਾਂ ਦਾ 1888 ਦੇ ਵਿੱਚ ਆ ਜਾਂਦਾ ਹੈ, ਜਿਹੜਾ ਕਿ ਇਲਾਹਾਬਾਦ ਵਿਖੇ ਜਾਰਜ ਜੁਲੇ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀਗਾ। ਇਹਨਾਂ ਸੰਮੇਲਨਾਂ ਦਾ ਉਦੇਸ਼ ਸੀ ਕਿ ਕਾਂਗਰਸ ਨੂੰ ਵੱਧ ਤੋਂ ਵੱਧ ਸੰਗਠਨ ਕੀਤਾ ਜਾਵੇ, ਇਸ ਦੀ ਵਿਚਾਰਧਾਰਾ ਨੂੰ ਜਿਹੜਾ ਫੈਲਾਇਆ ਜਾਵੇ। ਸੋ ਇਸ ਲਈ ਇਹਨਾਂ ਦੇ ਜਿਹੜੇ ਉਹ ਯਤਨ ਕੀਤੇ ਗਏ ਸੀਗੇ। ਸੋ ਪੰਜਵਾਂ ਜਿਹੜਾ ਸੰਮੇਲਨ ਸੀਗਾ 1899 ਦੇ ਵਿੱਚ ਹੋਇਆ ਸੀ, ਸੋ ਬੰਬਈ ਵਿਖੇ ਜਿਹੜਾ ਹੋਇਆ ਸੀ ਅਤੇ ਵਿਲੀਅਮ ਵੈਡਰਬਨ ਜਿਹੜੇ ਸੀ ਉਹ ਪ੍ਰਧਾਨ ਰਹੇ ਸੀਗੇ। ਛੇਵਾਂ ਸੰਮੇਲਨ ਜਿਹੜਾ ਇਸਦਾ 1890 ਦੇ ਵਿੱਚ ਹੋਇਆ ਕਲਕੱਤਾ ਨਾਮ ਦੇ ਸਥਾਨ ਦੇ ਵਿੱਚ ਅਤੇ ਵਿਜੋਰਸ ਮਹਿਤਾ ਇਸ ਦੇ ਜਿਹੜੇ ਉਹ ਪ੍ਰਧਾਨ ਰਹੇ ਸੀਗੇ, ਵਿਜੋਰ ਸ਼ਾਹ। ਨੈਕਸਟ ਹੈਗੇ ਆ 7 ਨੰਬਰ ਸੰਮੇਲਨ। ਸੋ 7 ਨੰਬਰ ਸੰਮੇਲਨ 1891 ਦੇ ਵਿੱਚ ਹੋਇਆ ਸੀ ਅਤੇ ਨਾਗਪੁਰ ਦੇ ਸਥਾਨ ਦੇ ਵਿੱਚ ਹੋਇਆ ਸੀ। ਔਰ ਇਸ ਦਾ ਪ੍ਰਧਾਨ ਉਸ ਸਮੇਂ ਜਿਹੜਾ P ਆਨੰਦ ਚਾਰਲੂ ਜਿਹੜਾ ਰਿਹਾ ਸੀਗਾ, ਜਿਸ ਦੀ ਅਧੀਨਗੀ ਹੇਠ ਕਾਂਗਰਸ ਦਾ 7ਵਾਂ ਸੰਮੇਲਨ ਹੋਇਆ ਸੀ। 8ਵਾਂ ਸੰਮੇਲਨ ਜਿਹੜਾ ਇਸਦਾ 1892 ਦੇ ਵਿੱਚ ਹੋਇਆ ਸੀ ਇਲਾਹਾਬਾਦ ਇਲਾਕੇ ਦੇ ਵਿੱਚ। ਔਰ WC ਬੈਨਰਜੀ ਜਿਹੜੇ ਇੱਕ ਵਾਰ ਤੋਂ ਫਿਰ ਇਸ ਦੇ ਪ੍ਰਧਾਨ ਉਹ ਬਣੇ ਸੀਗੇ। ਤੀਸਰਾ ਸਥਾਨ ਦੇ 9ਵੇਂ ਸਥਾਨ ਦੇ ਉੱਪਰ ਆਉਂਦਾ ਹੈ 1893 ਦੇ ਵਿੱਚ ਜਿਹੜਾ ਸੰਮੇਲਨ ਹੋਇਆ ਸੀ ਔਰ ਲਾਹੌਰ ਦੇ ਵਿੱਚ ਇਹ ਜਿਹੜਾ ਸੰਮੇਲਨ ਹੋਇਆ ਸੀ। ਔਰ ਇਸ ਸਮੇਂ ਦਾਦਾ ਭਾਈ ਨੌਰਜੀ ਦੂਸਰੀ ਵਾਰ ਇਸ ਦੇ ਪ੍ਰਧਾਨਗੀ ਦੇ ਅਧੀਨ ਰਹੇ ਸੀ। 10ਵਾਂ ਸੰਮੇਲਨ 1894 ਦੇ ਵਿੱਚ ਹੋਇਆ ਸੀ ਅਤੇ ਮਦਰਾਸ ਇਲਾਕੇ ਦੇ ਵਿੱਚ ਹੋਇਆ ਸੀਗਾ। ਔਰ ਐਲਵਰੇਡ ਬੇਬ ਜਿਹੜੇ ਇਸ ਦੇ ਉਹ ਪ੍ਰਧਾਨ ਰਹੇ ਸੀਗੇ। 11ਵਾਂ ਸੰਮੇਲਨ 1895 ਦੇ ਵਿੱਚ ਹੋਇਆ ਸੀ ਔਰ ਇਸ ਦਾ ਸਥਾਨ ਜਿਹੜਾ ਉਸ ਸਮੇਂ ਪੂਨਾ ਰਿਹਾ ਸੀ ਅਤੇ ਸਤਿੰਦਰ ਨਾਥ ਬੈਨਰਜੀ ਇਸ ਦੇ ਜਿਹੜੇ ਉਹ ਪ੍ਰਧਾਨ ਰਹੇ ਸੀਗੇ। 12 ਨੰਬਰ ਸੰਮੇਲਨ ਜਿਹੜਾ 1896 ਦੇ ਵਿੱਚ ਹੋਇਆ ਸੀਗਾ ਅਤੇ ਕਲਕੱਤਾ ਨਾਮ ਦੇ ਸਥਾਨ ਵਿਖੇ ਜਿਹੜਾ ਹੋਇਆ ਸੀ ਅਤੇ ਇਸ ਦੇ ਪ੍ਰਧਾਨ ਜਿਹੜੇ ਆ ਰਹੀਮ ਉਤੱਲਾ ਸੁਜਾਨੀ ਜਿਹੜੇ ਰਹੇ ਸੀਗੇ। ਨੈਕਸਟ ਹੈ 13 ਨੰਬਰ ਸੰਮੇਲਨ। ਸੋ 13 ਨੰਬਰ ਸੰਮੇਲਨ ਜਿਹੜਾ ਇਸ ਦਾ 1899 ਦੇ ਵਿੱਚ ਹੋਇਆ ਸੀ, ਲਖਨਊ ਵਿਖੇ ਹੋਇਆ ਸੀ ਅਤੇ ਰਮੇਸ਼ ਚੰਦਰ ਦੱਤ ਜਿਹੜੇ ਆ ਉਹ ਪ੍ਰਧਾਨ ਇਸ ਦੇ ਸੀਗੇ ਉਸ ਸਮੇਂ। 14 ਨੰਬਰ ਸੰਮੇਲਨ ਜਿਹੜਾ 1902 ਦੇ ਵਿੱਚ ਹੋਇਆ ਸੀ ਅਤੇ ਅਹਿਮਦਾਬਾਦ ਵਿਖੇ ਜਿਹੜਾ ਇਹ ਸੰਮੇਲਨ ਹੋਇਆ ਸੀ ਅਤੇ ਸੁਰਿੰਦਰ ਨਾਥ ਬੈਨਰਜੀ ਦੂਸਰੀ ਵਾਰ ਇਸ ਦੇ ਪ੍ਰਧਾਨ ਜਿਹੜੇ ਉਹ ਬਣੇ ਸੀਗੇ। 15ਵਾਂ ਸੰਮੇਲਨ 1904 ਦੇ ਵਿੱਚ ਹੋਇਆ ਸੀ, ਜਿਹੜਾ ਕਿ ਬੰਬਈ ਵਿਖੇ ਹੋਇਆ ਸੀ। ਸਰ ਹੈਨਰੀ ਕਾਟਨ ਜਿਹੜੇ ਇਸ ਦੇ ਉਹ ਪ੍ਰਧਾਨ ਰਹੇ ਸੀ ਇਸ ਸਮੇਂ। ਔਰ 16ਵਾਂ ਸੰਮੇਲਨ 1905 ਦੇ ਵਿੱਚ ਹੋਇਆ ਸੀ ਬਨਾਰਸ ਵਿਖੇ ਔਰ ਗੋਪਾਲ ਕ੍ਰਿਸ਼ਨ ਗੋਖਲੇ ਜਿਹੜੇ ਇਸ ਦੇ ਉਹ ਪ੍ਰਧਾਨ ਬਣੇ ਸੀ। ਸੋ ਇਹ ਪੁਆਇੰਟ ਬੜਾ ਇੰਪੋਰਟੈਂਟ ਹੈ 1905 ਵਾਲਾ ਸੰਮੇਲਨ, ਇਸ ਨੂੰ ਧਿਆਨ 'ਚ ਰੱਖਣਾ ਹੈ। 17 ਨੰਬਰ ਹੈ 1906 ਦਾ ਸੰਮੇਲਨ। ਸੋ ਇਹ ਕਲਕੱਤਾ ਵਿਖੇ ਹੋਇਆ ਸੀ। ਸੋ ਦਾਦਾ ਭਾਈ ਨੌਰਜੀ ਜਿਹੜੇ ਸੀਗੇ ਉਹ ਤੀਸਰੀ ਵਾਰ ਇਸ ਦੇ ਪ੍ਰਧਾਨ ਬਣੇ ਸੀਗੇ। ਔਰ 18 ਨੰਬਰ ਸੰਮੇਲਨ 1907 ਦੇ ਵਿੱਚ ਹੋਇਆ ਸੀ ਸੂਰਤ ਵਿਖੇ, ਜਿਸ ਦੇ ਜਿਹੜੇ ਪ੍ਰਧਾਨ ਆ ਉਹ ਰਾਸ ਬਿਹਾਰੀ ਬੋਸ ਰਹੇ ਸੀ। ਸੋ 18 ਨੰਬਰ ਜਿਹੜਾ ਹੈ ਇਹ ਵੀ ਬੜਾ ਇੰਪੋਰਟੈਂਟ ਹੈ, ਸੂਰਤ ਵਾਲਾ ਸੰਮੇਲਨ। ਨੈਕਸਟ ਹੈ 19 ਨੰਬਰ। ਸੋ 19 ਨੰਬਰ ਹੈ 1908 ਦੇ ਵਿੱਚ ਹੋਇਆ ਸੀ, ਮਦਰਾਸ ਵਿਖੇ ਹੋਇਆ ਸੀ। ਰਾਸ ਬਿਹਾਰੀ ਘੋਸ਼ ਜਿਹੜੇ ਇਸ ਦੇ ਦੂਸਰੀ ਵਾਰ ਉਹ ਪ੍ਰਧਾਨ ਬਣੇ ਸੀ। ਸੋ 19 ਨੰਬਰ ਜਿਹੜਾ ਉਹ ਇੰਪੋਰਟੈਂਟ ਹੈ 1908 ਵਾਲਾ। ਇਸ ਤੋਂ 20 ਨੰਬਰ ਹੈ 1909 ਦੇ ਵਿੱਚ, ਜੋ ਕਿ ਲਾਹੌਰ ਵਿੱਚ ਦੂਸਰੀ ਵਾਰ ਸੰਮੇਲਨ ਹੋਇਆ ਸੀ ਅਤੇ ਮਦਨ ਮੋਹਨ ਮਾਲਵੀਆ ਜਿਹੜੇ ਇਸ ਦੇ ਉਹ ਪ੍ਰਧਾਨ ਰਹੇ ਸੀ। 21 ਨੰਬਰ ਸੰਮੇਲਨ ਜਿਹੜਾ ਸੀਗਾ ਉਹ 1912 ਦੇ ਵਿੱਚ ਹੋਇਆ ਸੀ ਅਤੇ ਬਾਕੀਪੁਰ ਵਿਖੇ ਹੋਇਆ ਸੀ। ਔਰ RN ਮਜਵਾਲਕਰ ਜਿਹੜੇ ਇਸ ਦੇ ਉਹ ਪ੍ਰਧਾਨ ਰਹੇ ਸੀਗੇ।
22 ਨੰਬਰ ਸੰਮੇਲਨ ਜਿਹੜਾ ਸੀ ਉਹ 1913 ਦੇ ਵਿੱਚ ਹੋਇਆ ਸੀ ਅਤੇ ਕਰਾਚੀ ਨਾਮ ਦੇ ਸਥਾਨ ਤੇ ਹੋਇਆ ਸੀ। ਸ਼ਾਇਦ ਮੁਹੰਮਦ ਬਹਾਦਰ ਜਿਹੜੇ ਸੀ ਉਹ ਪ੍ਰਧਾਨ ਰਹੇ ਸੀਗੇ। 23 ਨੰਬਰ ਸੰਮੇਲਨ ਜਿਹੜਾ 1916 ਦੇ ਵਿੱਚ ਹੋਇਆ ਸੀ ਅਤੇ ਲਖਨਊ ਨਾਂ ਦੇ ਸਥਾਨ ਵਿਖੇ ਹੋਇਆ ਸੀ। ਅੰਬਿਕਾ ਚਰਨ ਮਜ਼ੂਮਦਾਰ ਤੇ ਉਹ ਪ੍ਰਧਾਨ ਰਹੇ ਸੀਗੇ। 24 ਨੰਬਰ ਸੰਮੇਲਨ 1917 ਦੇ ਵਿੱਚ ਹੋਇਆ ਸੀ ਕਲਕੱਤਾ ਵਿਖੇ ਔਰ ਸ਼੍ਰੀਮਤੀ ਐਨੀ ਵੈਸਟ ਜਿਹੜੇ ਸੀ ਉਹ ਪਹਿਲੇ ਪ੍ਰਧਾਨ ਬਣੇ ਸੀਗੇ। ਸੋ ਇਹ ਪਹਿਲੀ ਫੀਮੇਲ ਜਿਹੜੀ ਸੀਗੀ ਜਿਸ ਨੇ ਪਹਿਲੀ ਵਾਰ ਕਾਂਗਰਸ ਦੀ ਪ੍ਰਧਾਨਗੀ ਕੀਤੀ ਸੀ, ਸ਼੍ਰੀਮਤੀ ਐਨੀ ਵੈਸਟ। ਇਹ ਵੀ ਇੰਪੋਰਟੈਂਟ ਹੈ 24 ਨੰਬਰ 1917 ਵਾਲਾ ਕਲਕੱਤਾ ਦਾ ਸੰਮੇਲਨ। ਨੈਕਸਟ ਹੈ 25 ਨੰਬਰ। ਸੋ 1918 ਦੇ ਵਿੱਚ ਇਹ ਸੰਮੇਲਨ ਹੋਇਆ ਸੀ, ਦਿੱਲੀ ਵਿਖੇ ਹੋਇਆ ਸੀ ਅਤੇ ਪਹਿਲਾ ਸੰਮੇਲਨ ਹੋਇਆ ਸੀ ਦਿੱਲੀ ਵਿਖੇ। ਮਦਨ ਮੋਹਨ ਮਾਲਵੀਆ ਜਿਹੜੇ ਸੀ ਉਹ ਪ੍ਰਧਾਨ ਰਹੇ ਸੀਗੇ। 26 ਨੰਬਰ ਹੈ ਇਸਦਾ 1919 ਦੇ ਵਿੱਚ ਸੰਮੇਲਨ ਹੋਇਆ ਜਿਹੜਾ ਕਿ ਅੰਮ੍ਰਿਤਸਰ ਵਿਖੇ ਹੋਇਆ ਸੀ ਅਤੇ ਮੋਤੀ ਲਾਲ ਨਹਿਰੂ ਇਸ ਦੇ ਜਿਹੜੇ ਪ੍ਰਧਾਨ ਬਣੇ ਸੀਗੇ। ਸੇ ਇੰਪੋਰਟੈਂਟ ਹੈ ਅੰਮ੍ਰਿਤਸਰ ਵਾਲਾ। ਔਰ 27 ਨੰਬਰ ਹੈ 1921 ਦੇ ਵਿੱਚ ਜਿਹੜਾ ਕਿ ਅਹਿਮਦਾਬਾਦ ਵਿਖੇ ਹੋਇਆ ਸੀ ਅਤੇ ਹਕੀਮ ਫਜ਼ਲ ਖਾਨ ਜਿਹੜੇ ਇਸ ਦੇ ਉਹ ਪ੍ਰਧਾਨ ਰਹੇ ਸੀਗੇ। 28 ਨੰਬਰ ਸੰਮੇਲਨ ਹੈ ਜਿਹੜਾ 1922 ਦੇ ਵਿੱਚ ਹੋਇਆ ਸੀ ਗਿਆਨਾਮ ਵਿਖੇ, ਗਿਆਨਾਮ ਦੇ ਸਥਾਨ ਵਿਖੇ ਅਤੇ ਦੇਸ਼ ਬੰਧੂ ਚਿਤਰਨ ਦਾਸ ਜਿਹੜੇ ਇਸ ਦੇ ਉਹ ਪ੍ਰਧਾਨ ਰਹੇ ਸੀਗੇ। 29 ਨੰਬਰ ਸੰਮੇਲਨ ਜਿਹੜਾ ਹੈ 1924 ਦੇ ਵਿੱਚ ਹੋਇਆ ਸੀ ਅਤੇ ਬੇਲਗਾਉਂ ਸਥਾਨ ਦੇ ਵਿਖੇ ਹੋਇਆ ਸੀ ਅਤੇ ਮਹਾਤਮਾ ਗਾਂਧੀ ਪਹਿਲੀ ਵਾਰ ਇਸ ਸੰਮੇਲਨ ਦੇ ਜਿਹੜੇ ਪ੍ਰਧਾਨ ਚੁਣੇ ਗਏ ਸੀਗੇ, ਬਣੇ ਸੀਗੇ। 29 ਨੰਬਰ ਇੰਪੋਰਟੈਂਟ ਹੈ, ਠੀਕ ਹੈ। 30 ਨੰਬਰ ਹੈ 1925 ਦੇ ਵਿੱਚ ਇਹ ਸੰਮੇਲਨ ਹੋਇਆ ਸੀ ਕਾਨਪੁਰ ਵਿਖੇ, ਜਿਸ ਤੇ ਕਹਿ ਸਕਦੇ ਹਾਂ ਨੇਤਾ ਪ੍ਰਧਾਨ ਜਿਹੜੇ ਉਹ ਸਰੋਜਨੀ ਨੋਇਡ ਰਹੇ ਸੀਗੇ। ਨੈਕਸਟ ਹੈ 31 ਨੰਬਰ 1926 ਦੇ ਵਿੱਚ ਇਹ ਸੰਮੇਲਨ ਹੋਇਆ ਸੀ ਅਤੇ ਗੁਹਾਟੀ ਨਾਂ ਦੇ ਸਥਾਨ ਵਿਖੇ ਹੋਇਆ ਸੀ ਅਤੇ ਪ੍ਰਧਾਨ ਜਿਹੜੇ ਇਸਦੇ ਉਹ ਸ਼੍ਰੀ ਨਿਵਾਸ ਅਈਅਰ ਜਿਹੜੇ ਉਹ ਰਹੇ ਸੀਗੇ। 32 ਨੰਬਰ ਸੰਮੇਲਨ ਜਿਹੜਾ ਹੈ 1927 ਦੇ ਵਿੱਚ ਹੋਇਆ ਸੀ ਮਦਰਾਸ ਵਿਖੇ ਅਤੇ ਮੁਖਤਿਆਰ ਮੁਹਰ ਅੰਸਾਰੀ ਜਿਹੜੇ ਇਸਦੇ ਉਹ ਪ੍ਰਧਾਨ ਰਹੇ ਸੀਗੇ। 33 ਨੰਬਰ ਸੰਮੇਲਨ ਜਿਹੜਾ ਹੈ 1928 ਦੇ ਵਿੱਚ ਹੋਇਆ ਸੀ ਕਲਕੱਤਾ ਵਿਖੇ ਅਤੇ ਜਵਾਹਰ ਲਾਲ ਨਹਿਰੂ ਜਿਹੜੇ ਇਸਦੇ ਉਹ ਪ੍ਰਧਾਨ ਬਣੇ ਸੀ। ਸੋ ਪਹਿਲੀ ਵਾਰ ਜਿਹੜੇ ਉਹ ਜਵਾਹਰ ਲਾਲ ਨਹਿਰੂ ਇਸ ਸੰਮੇਲਨ ਦੇ ਵਿੱਚ ਬਣੇ ਸੀ। ਸੋ ਇਹ ਵੀ ਇੰਪੋਰਟੈਂਟ ਹੈ 1928 ਦੇ ਵਿੱਚ ਕਲਕੱਤਾ ਦੇ ਸੰਮੇਲਨ ਦੇ ਵਿੱਚ। 34 ਨੰਬਰ ਸੰਮੇਲਨ ਹੈ 1929 ਦੇ ਵਿੱਚ ਲਾਹੌਰ ਵਿਖੇ ਸੰਮੇਲਨ ਹੋਇਆ ਸੀ ਅਤੇ ਦੂਸਰੀ ਵਾਰ ਜਵਾਹਰ ਲਾਲ ਨਹਿਰੂ ਇਸ ਦੇ ਪ੍ਰਧਾਨ ਜਿਹੜੇ ਉਹ ਬਣੇ ਸੀਗੇ। 35 ਨੰਬਰ ਸੰਮੇਲਨ ਹੈ 1931 ਦੇ ਵਿੱਚ ਜੋ ਕਿ ਕਰਾਚੀ ਦੇ ਵਿੱਚ ਹੋਇਆ ਸੀ ਅਤੇ ਵੱਲਭ ਭਾਈ ਪਟੇਲ ਪਹਿਲੀ ਵਾਰ ਇਸ ਤੇ ਜਿਹੜੇ ਉਹ ਪ੍ਰਧਾਨ ਨਿਯੁਕਤ ਕੀਤੇ ਗਏ ਸੀਗੇ ਔਰ ਉਸ ਦੀ ਪ੍ਰਧਾਨਗੀ ਹੇਠ ਇਹ ਸੰਮੇਲਨ ਹੋਇਆ ਸੀ। 36 ਨੰਬਰ ਸੰਮੇਲਨ ਹੈ 1933 ਦੇ ਵਿੱਚ ਜਿਹੜਾ ਕਿ ਕਲਕੱਤਾ ਵਿਖੇ ਹੋਇਆ ਸੀ ਅਤੇ ਨੀਲ ਸੈਨ ਗੁਪਤਾ ਇਸ ਦੇ ਜਿਹੜੇ ਪ੍ਰਧਾਨ ਸੀ ਉਸ ਸਮੇਂ। ਨੈਕਸਟ ਹੈ 37 ਨੰਬਰ ਸੰਮੇਲਨ। ਸੋ 1934 ਦੇ ਵਿੱਚ ਇਹ ਸੰਮੇਲਨ ਹੋਇਆ ਸੀ ਅਤੇ ਬੰਬਈ ਵਿਖੇ ਜਿਹੜਾ ਸੰਮੇਲਨ ਹੋਇਆ ਸੀ ਔਰ ਡਾਕਟਰ ਰਜਿੰਦਰ ਪ੍ਰਸਾਦ ਇਸ ਦੇ ਪਹਿਲੇ ਪ੍ਰਧਾਨ ਜਿਹੜੇ ਬਣੇ ਸੀਗੇ, ਯਾਨੀ ਕਿ ਮੁੰਬਈ ਵਿਖੇ ਨਾ ਪਹਿਲੀ ਵਾਰ ਜਿਹੜੇ ਪ੍ਰਧਾਨ ਬਣੇ ਸੀਗੇ ਇਹ 1934 ਦੇ ਵਿੱਚ। ਸੋ 38 ਨੰਬਰ ਹੈ 1936 ਦੇ ਵਿੱਚ ਲਖਨਊ ਵਿਖੇ ਇਹ ਸੰਮੇਲਨ ਹੋਇਆ ਸੀ ਅਤੇ ਜਵਾਹਰ ਲਾਲ ਨਹਿਰੂ ਤੀਸਰੀ ਵਾਰ ਜਿਹੜੇ ਇਸ ਦੇ ਉਹ ਪ੍ਰਧਾਨ ਬਣੇ ਸੀਗੇ। 39 ਨੰਬਰ ਹੈ 1937 ਦੇ ਵਿੱਚ ਸੋ ਫੈਜ਼ਪੁਰ ਵਿਖੇ ਜਿਹੜਾ ਸੰਮੇਲਨ ਹੋਇਆ ਸੀ ਅਤੇ ਜਵਾਹਰ ਲਾਲ ਨਹਿਰੂ ਜਿਹੜੇ ਆ ਉਹ ਚੌਥੀ ਵਾਰ ਇਸ ਦੇ ਪ੍ਰਧਾਨ ਬਣੇ ਸੀ। 40 ਨੰਬਰ ਜਿਹੜਾ ਸੰਮੇਲਨ ਹੈ 1938 ਦੇ ਵਿੱਚ ਹੋਇਆ ਸੀ ਅਤੇ ਹਰੀਪੁਰਾ ਵਿਖੇ ਇਹ ਸੰਮੇਲਨ ਹੋਇਆ ਸੀ ਅਤੇ ਸੁਭਾਸ਼ ਚੰਦਰ ਬੋਸ ਜਿਹੜੇ ਇਸ ਦੇ ਉਹ ਪ੍ਰਧਾਨ ਸੀ ਇਸ ਸਮੇਂ। 41 ਨੰਬਰ ਸੰਮੇਲਨ ਹੈ 1939। ਸੋ ਇਹ ਤ੍ਰਿਪੁਰਾ ਵਿਖੇ ਹੋਇਆ ਸੀ ਸੰਮੇਲਨ ਅਤੇ ਸੁਭਾਸ਼ ਚੰਦਰ ਬੋਸ ਇਸ ਦੇ ਰਹੇ ਸੀ ਔਰ ਬਾਅਦ ਦੇ ਵਿੱਚ ਇਸ ਦੇ ਜਿਹੜੇ ਸੰਮੇਲਨ ਦੇ ਪ੍ਰਧਾਨ ਉਹ ਡਾਕਟਰ ਰਜਿੰਦਰ ਪ੍ਰਸਾਦ ਬਣੇ ਸੀਗੇ। 42 ਨੰਬਰ ਜਿਹੜਾ ਸੰਮੇਲਨ ਸੀ 1950 ਦੇ ਵਿੱਚ ਹੋਇਆ ਸੀ ਰਾਮਗੜ੍ਹ ਵਿਖੇ ਅਤੇ ਇਸ ਦੇ ਜਿਹੜੇ ਪ੍ਰਧਾਨ ਸੀ ਉਸ ਸਮੇਂ ਅਬਦੁਲ ਕਲਾਮ ਆਜ਼ਾਦ ਸੀਗੇ, ਠੀਕ ਹੈ। ਸੋ ਇਹ ਜਿਹੜੇ ਅੰਦੋਲਨ ਜਿਹੜੇ ਸੰਮੇਲਨ ਜਿਹੜੇ ਹੋਏ ਸੀਗੇ ਸੋ 42। ਸੋ ਨੈਕਸਟ ਹੈ ਇਸ ਤੋਂ ਬਾਅਦ 43 ਨੰਬਰ 1946 ਦੇ ਵਿੱਚ ਸੋ ਮੇਰਠ ਵਿਖੇ ਜਿਹੜਾ ਸੰਮੇਲਨ ਹੋਇਆ ਸੀਗਾ JB ਕਿਰਪਲਾਨੀ ਦੀ ਪ੍ਰਧਾਨਗੀ ਹੇਠ। 44 ਨੰਬਰ ਸੰਮੇਲਨ ਹੈ ਜਿਹੜਾ 1948 ਦੇ ਵਿੱਚ ਹੋਇਆ ਸੀ ਜੈਪੁਰ ਦੇ ਇਲਾਕੇ ਦੇ ਵਿੱਚ ਪਟਾਪਿਸਤਰਾ ਤਰਾਈਮਾਈ ਜਿਹੜਾ ਸਥਾਨ ਪ੍ਰਧਾਨ ਇਸ ਦਾ ਸੀਗਾ ਉਸ ਸਮੇਂ। ਔਰ 45 ਨੰਬਰ ਜਿਹੜਾ ਇਸ ਦਾ ਸੰਮੇਲਨ ਸੀਗਾ 1950 ਦੇ ਵਿੱਚ ਹੋਇਆ ਨਾਸਿਕ ਵਿਖੇ ਅਤੇ ਪਰਸ਼ੋਤਮ ਦਾਸ ਟੰਡਨ ਜਿਹੜੇ ਇਸ ਦੇ ਉਹ ਪ੍ਰਧਾਨ ਰਹੇ ਸੀ। ਸੋ ਲਾਸਟ ਜਿਹੜਾ 45 ਨੰਬਰ ਹੈ 1950 ਦੇ ਵਿੱਚ ਹੋਇਆ ਸੀ ਨਾਸਿਕ ਦੇ ਨਾਲ ਸਥਾਨ ਤੇ ਅਤੇ ਪ੍ਰਧਾਨ ਜਿਹੜਾ ਉਹ ਪਰਸ਼ੋਤਮ ਦਾਸ ਟੰਡਨ ਇਸ ਦੇ ਰਹੇ ਸੀਗੇ। ਸੋ ਇਹ ਸੰਮੇਲਨ ਸੀ ਜਿਹੜੇ ਕਾਂਗਰਸ ਦੇ ਅਲੱਗ-ਅਲੱਗ ਸਮੇਂ ਦੇ ਵਿੱਚ ਹੋਏ ਸੀ ਔਰ ਇਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਉਦੇਸ਼ ਰਹੇ ਸੀਗੇ। ਸੋ ਇਹ ਆਪਾਂ ਅਲੱਗ ਤੋਂ ਥਿਊਰੀਆਂ ਜਿਹੜੀਆਂ ਬਣਾਵਾਂਗੇ ਉਹਨਾਂ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਮਿਲ ਜਾਊਗਾ, ਬਟ ਅਸੀਂ ਮੇਨ ਪੁਆਇੰਟ ਜਿਹੜੇ ਉਹ ਡਿਸਕਸ ਕਰ ਲੈਤੇ ਨੇ। ਸੋ ਆਸ ਕਰਦਾ ਕਿ ਸੈਸ਼ਨ ਜਿਹੜਾ ਸਭ ਦੇ ਲਈ ਹੈਲਪਫੁਲ ਰਹੂਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ